हेलो। गुड इवनिंग सर। गुड इवनिंग टू ऑल। आवाज़ आ रही मेरी? क्लियर है ना या स्लो आ रही है? क्लियर है जी। ओके। हाँ जी, शीनू कक्कड़, गुड इवनिंग। ਸੋ ਸਭ ਨੂੰ ਪਤਾ ਹੈ ਕਿ ਆਪਾਂ ਆਨਸਰ ਕਿੱਥੇ ਕਰਨੇ ਆ? ਚੈਟ ਬਾਕਸ ਦੇ ਵਿੱਚ ਹੀ ਆਨਸਰ ਕਰਨੇ ਆ ਤੁਸੀਂ। ਓਕੇ, ਸਭ ਦੇ ਮਾਈਕ ਮਿਊਟ ਹੋਣ ਲੱਗਿਆ। ਸੋ ਜਿਵੇਂ ਕਿ ਆਪਾਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਪ੍ਰਾਚੀਨ ਭਾਰਤ ਦਾ ਇਤਿਹਾਸ ਪੜ੍ਹ ਰਹੇ ਹਾਂ, ਜਿਹਨੂੰ ਐਂਸ਼ੀਅੰਟ ਹਿਸਟਰੀ ਕਹਿੰਦੇ ਆ। ਠੀਕ ਹੈ, ਉਹਦੇ ਵਿੱਚ ਆਪਾਂ 3 ਵੀਡੀਓ ਦੇ ਉੱਪਰ ਡਿਸਕਸ ਕਰ ਚੁੱਕੇ ਹਾਂ। ਅੱਜ 4th ਵੀਡੀਓ ਹੈ। ਅੱਜ ਆਪਾਂ ਕੀ ਦੇਖਾਂਗੇ? ਇੱਕ ਤਾਂ ਬੁੱਧ ਧਰਮ ਬਾਰੇ, ਬੁੱਧਿਜ਼ਮ ਬਾਰੇ, ਔਰ ਮਗਧ ਮਹਾਜਨਪਦ ਬਾਰੇ ਪੜਾਂਗੇ, ਔਰ ਮਗਧ ਦੇ ਰਾਜਵੰਸ਼ ਕਿਹੜੇ ਕਿਹੜੇ ਸੀ ਉਹਨਾਂ ਦੇ ਉੱਪਰ MCQs ਡਿਸਕਸ ਕਰਾਂਗੇ। ਅਗਰ ਤੁਸੀਂ ਪੰਜਾਬ ਦੇ ਜਾਂ ਸੈਂਟਰ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਮੋਸਟ ਇੰਪੋਰਟੈਂਟ ਵੀਡੀਓ ਹੈ, ਕਿਉਂਕਿ ਇਹਦੇ ਵਿੱਚ ਬੁੱਧ ਧਰਮ ਦੇ ਉੱਪਰ ਕਾਫੀ ਸਾਰੇ ਕੁਐਸਚਨ ਪੁੱਛੇ ਜਾਂਦੇ ਆ, ਔਰ ਸਪੈਸ਼ਲੀ ਬੁੱਧ ਧਰਮ ਔਰ ਮਗਧ ਵੰਸ਼ ਨੂੰ ਲੈ ਕੇ। ਠੀਕ ਹੈ, ਫਰਸਟ ਕੁਐਸਚਨ ਹੈ ਅੱਜ ਦਾ, ਬੁੱਧ ਧਰਮ ਦੇ ਸੰਸਥਾਪਕ ਕੌਣ ਸੀ? ਆਪਸ਼ਨ ਏ ਹੈ ਰਾਮ, ਆਪਸ਼ਨ ਬੀ ਹੈ ਮਹਾਵੀਰ, ਆਪਸ਼ਨ ਸੀ ਹੈ ਗੌਤਮ ਬੁੱਧ, ਆਪਸ਼ਨ ਡੀ ਹੈ ਪਾਨਨੀ। ਸੀ ਆ ਰਿਹਾ ਮੋਸਟਲੀ ਆਨਸਰ। ਅਗਰ ਕਿਸੇ ਨੂੰ ਕਿਸੇ ਵੀ ਕੁਐਸਚਨ ਵਿੱਚ ਕੋਈ ਡਾਊਟ ਹੈ ਤਾਂ ਉਹ ਨੰਬਰ ਨੋਟ ਕਰ ਲੈਣਾ, ਡਾਊਟ ਬਾਅਦ ਚ ਡਿਸਕਸ ਹੋਣਗੇ। ਠੀਕ ਹੈ, ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ, ਗੌਤਮ ਬੁੱਧ ਜੋ ਸੀ ਉਹ ਬੁੱਧ ਧਰਮ ਦੇ ਸੰਸਥਾਪਕ ਸੀ। ਠੀਕ ਹੈ, ਇਸ ਤੋਂ ਇਲਾਵਾ ਗੌਤਮ ਬੁੱਧ ਨੂੰ ਕਿਹਾ ਜਾਂਦਾ ਹੈ ਏਸ਼ੀਆ ਦੀ ਜੋਤੀ, ਲਾਈਟ ਆਫ ਏਸ਼ੀਆ, ਲਾਈਟ ਆਫ ਏਸ਼ੀਆ ਕਿਹਾ ਜਾਂਦਾ। ਠੀਕ ਹੈ, ਗੌਤਮ ਬੁੱਧਾ ਨੂੰ। ਔਰ ਰਾਮ ਬਾਰੇ ਤਾਂ ਸਭ ਨੂੰ ਪਤਾ ਹੈ ਕਿ ਰਮਾਇਣ ਦੇ ਮਹਾਨਾਇਕ ਸੀ, ਔਰ ਮਹਾਵੀਰ ਜੈਨ ਧਰਮ ਦੇ 24ਵੇਂ ਤੀਰਥੰਕਰ ਸੀ, 24th। ਔਰ ਪਾਨਨੀ ਜੋ ਸੀ ਉਹਨਾਂ ਨੇ ਅਸ਼ਟਾਧਿਆਈ ਲਿਖੀ ਸੀ। ਸੈਕਿੰਡ ਕੁਐਸਚਨ ਹੈ, ਗੌਤਮ ਬੁੱਧ ਦਾ ਜਨਮ ਸਥਾਨ ਹੈ? ਆਪਸ਼ਨ ਏ ਹੈ ਮਥੁਰਾ, ਆਪਸ਼ਨ ਬੀ ਹੈ ਵਾਰਾਣਸੀ, ਆਪਸ਼ਨ ਸੀ ਹੈ ਲਿਸ਼ਵੀ, ਆਪਸ਼ਨ ਡੀ ਹੈ ਲੁੰਬਣੀ। ਡੀ ਆ ਰਿਹਾ ਮੋਸਟਲੀ ਆਨਸਰ। ਸੋ ਜੋ ਬੁੱਧਾ ਸੀ ਉਹਨਾਂ ਦਾ ਜਨਮ ਸਥਾਨ ਲੁੰਬਣੀ ਸੀ, ਔਰ ਇਹ ਲੁੰਬਣੀ ਜੋ ਹੈ ਕਪਿਲ ਵਸਤੂ ਦੇ ਵਿੱਚ ਹੈ। ਅਗਰ ਜਨਮ ਦਾ ਈਅਰ ਪੁੱਛ ਲਿਆ ਜਾਏ ਤਾਂ ਉਹ 563 ਈਸਵੀ ਪੂਰਵ ਹੈ ਗੌਤਮ ਬੁੱਧਾ ਦਾ ਜਨਮ। ਥਰਡ ਕੁਐਸਚਨ ਹੈ, ਗੌਤਮ ਬੁੱਧਾ ਦੇ ਪਿਤਾ ਦਾ ਨਾਂ ਕੀ ਸੀ? ਆਪਸ਼ਨ ਏ ਹੈ ਸਿਧਾਰਥ, ਆਪਸ਼ਨ ਬੀ ਹੈ ਚੇਟਕ, ਆਪਸ਼ਨ ਸੀ ਹੈ ਸੁਸ਼ੋਧਨ, ਆਪਸ਼ਨ ਡੀ ਹੈ ਰਾਹੁਲ। ਜੋ ਗੌਤਮ ਬੁੱਧ ਸੀ ਉਹਨਾਂ ਦੇ ਪਿਤਾ ਦਾ ਨਾਮ ਕੀ ਸੀ? BAC ਮੈਚ ਕੋਈ ਵੀ ਨਹੀਂ ਕਰ ਰਿਹਾ, ਸਭ ਦੇ ਆਨਸਰ ਅਲੱਗ-ਅਲੱਗ ਹੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ, ਗੌਤਮ ਬੁੱਧ ਦੇ ਪਿਤਾ ਦਾ ਨਾਮ ਸੁਸ਼ੋਧਨ ਸੀ, ਔਰ ਇਹ ਸ਼ਾਕਿਆ ਗਣਰਾਜ ਦੇ ਮੁਖੀ ਸੀ। ਜਿਹੜਾ ਸ਼ਾਕਿਆ ਗਣਰਾਜ ਸੀ ਉਸ ਦੇ ਮੁਖੀ ਸੀ। ਔਰ ਰਾਹੁਲ ਜੋ ਸੀ ਉਹਨਾਂ ਦਾ ਪੁੱਤਰ ਸੀ ਗੌਤਮ ਬੁੱਧ ਦਾ। ਅਗਰ ਪੁੱਛ ਲਿਆ ਜਾਏ ਕਿ ਗੌਤਮ ਬੁੱਧ ਦੇ ਪੁੱਤਰ ਦਾ ਨਾਮ ਕੀ ਸੀ ਤਾਂ ਉਹ ਰਾਹੁਲ ਸੀ, ਔਰ ਅਗਰ ਪਤਨੀ ਦਾ ਨਾਮ ਪੁੱਛ ਲਿਆ ਜਾਏ ਤਾਂ ਯਸ਼ੋਧਰਾ ਸੀ, ਯਸ਼ੋਧਰਾ। ਠੀਕ ਹੈ, ਇਹ ਉਹਨਾਂ ਦੀ ਪਤਨੀ ਦਾ ਨਾਮ ਸੀ। ਫੋਰਥ ਕੁਐਸਚਨ ਹੈ, ਮਹਾਤਮਾ ਬੁੱਧ ਦੇ ਬਚਪਨ ਦਾ ਨਾਂ ਕੀ ਸੀ? ਆਪਸ਼ਨ ਏ ਹੈ ਵਰਧਮਾਨ, ਆਪਸ਼ਨ ਬੀ ਹੈ ਸਿਧਾਰਥ, ਆਪਸ਼ਨ ਸੀ ਹੈ ਗੌਤਮ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਬੀ ਆ ਰਿਹਾ ਮੋਸਟਲੀ, ਏ ਸੀ ਵੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਸਿਧਾਰਥ। ਮਹਾਤਮਾ ਬੁੱਧ ਦੇ ਬਚਪਨ ਦਾ ਨਾਮ ਸਿਧਾਰਥ ਸੀ, ਔਰ ਵਰਧਮਾਨ ਜੋ ਸੀ ਉਹ ਮਹਾਵੀਰ ਦੇ ਬਚਪਨ ਦਾ ਨਾਮ ਸੀ। ਕੱਲ ਦੀ ਕਲਾਸ ਜਿਨ੍ਹਾਂ ਨੇ ਲਗਾਈ ਹੈ, ਕੱਲ ਮੈਂ ਦੱਸਿਆ ਸੀ ਕਿ ਮਹਾਵੀਰ ਦੇ ਬਚਪਨ ਦਾ ਨਾਮ ਵਰਧਮਾਨ ਸੀ। ਠੀਕ ਹੈ, ਗੌਤਮ ਬੁੱਧਾ ਉਦੋਂ ਕਲਾਏ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਸੀ। ਬਚਪਨ ਦਾ ਨਾਮ ਉਹਨਾਂ ਦਾ ਸਿਧਾਰਥ ਸੀ। ਪੰਜਵਾਂ ਕੁਐਸਚਨ ਹੈ, ਗਿਆਨ ਪ੍ਰਾਪਤੀ ਤੋਂ ਬਾਅਦ ਸਿਧਾਰਥ ਕਿਸ ਨਾਮ ਨਾਲ ਜਾਣੇ ਗਏ?
ऑप्शन ए है महावीर, ऑप्शन बी है तीर्थंकर, ऑप्शन सी है बुद्ध, ऑप्शन डी है प्रियदर्शन। सी आ रहा मोस्टली आंसर सब दा। सो इसका राइट आंसर भी सी है, क्योंकि गौतम बुद्ध का नाम बचपन का सिद्धार्थ सी और जदों उन्होंने ज्ञान की प्राप्ति हुई तो बुद्ध कहलाए। महावीर जो सी वो 24वें तीर्थंकर सी जैन धर्म के, और तीर्थंकर जो है उन्होंने कहा जाता है जो जैन धर्म नाल संबंधित सी, जैन धर्म के गुरु सी। ठीक है। प्रियदर्शन एक अशोका का नाम है, अशोक सम्राट सी, उन्हों का नाम प्रियदर्शन आया उन्होंने स्तंभा के उपर। 6वां क्वेश्चन है बुद्ध नूं ज्ञान की प्राप्ति कित्थे हुई? ऑप्शन ए है सारनाथ, ऑप्शन बी है बोध गया, ऑप्शन सी है लुंबनी, ऑप्शन डी है तक्षशिला। जो गौतम बुद्ध ने उन्होंने ज्ञान की प्राप्ति कित्थे हुई? बी आ रहा मोस्टली। सो इज द राइट आंसर भी ऑप्शन बी है। बुद्ध नूं ज्ञान की प्राप्ति बोध गया विच हुई और ये बिहार दे विच है। सारनाथ दे विच उन्होंने पहला उपदेश दिता सी। ज्ञान प्राप्ति तो बाद जो पहला उपदेश दिता सी वो सारनाथ विच दिता सी। उस उपदेश नूं की कहा जाता है? धर्म चक्कर परिवर्तन। धर्म चक्कर परिवर्तन। ठीक है। और लुंबनी जो सी उन्हां दा जन्म स्थान सी। ये तीन इन्हां दे विच जिहड़ियां ऑप्शन आईयां वो बुद्ध धर्म नूं लैके आईयां, और चौथी भी उन्हां दे बुद्ध धर्म नाल संबंधित है। तक्षशिला जो सी गंधार दे विच बुद्ध धर्म नूं लैके काफ़ी सारियां मूर्तियां बनाईयां गईयां, तक्षशिला और मथुरा दे विच। 7वां क्वेश्चन है बुद्ध ने अपने उपदेश किस भाषा विच दिते? ऑप्शन ए है संस्कृति, ऑप्शन बी है हिंदी, ऑप्शन सी है तेलुगु, ऑप्शन डी है पाली। जदों बुद्ध नूं ज्ञान की प्राप्ति हो गई तो उन्होंने जिहड़े अपने उपदेश आ वो किस भाषा विच दिते? ए और डी आ रहा। सो इज द राइट आंसर है ऑप्शन डी। बुद्ध ने जो अपने उपदेश दिते सी वो पाली भाषा विच दिते सी, क्योंकि पाली जो सी आम लोगों की भाषा सी। इसलिए उपदेश जो है पाली भाषा विच दिते गए ताकि लोग उन्होंने समझ सकन। अगर आप इनू गुरु नानक देव जी नाल रिलेट करके देखिए तो गुरु नानक देव जी ने या 10 गुरुआं ने अपनी बाणी जो है पंजाबी गुरुमुखी लिपि दे विच लिखी है। ठीक है, ताकि पंजाब दे लोग उसनू समझ सकन। अगर उत्थों दे लोग रहन वाले लोग ही नहीं समझणगे तो वो उपदेश देने का कोई फायदा नहीं है। संस्कृति सिर्फ उदों ब्राह्मण जानते सी, इसलिए संस्कृति दा दे विच उपदेश देना वो थोड़ा जिहा कठिन सी। सिर्फ ब्राह्मणों ही उपदेश दे के की करना सी, जो तक आम जान लोग ही नहीं समझणगे। 8वां क्वेश्चन है बुद्ध नूं महानिर्वाण कित्थे प्राप्त होया? ऑप्शन ए है बोध गया, ऑप्शन बी है सारनाथ, ऑप्शन सी है लुंबनी, ऑप्शन डी है कुशीनारा। महानिर्वाण का मतलब हुंदा है कि उन्हां दी मौत कित्थे हुई या वो जोत कित्थे समाए। ए डी सी आ रहा, सब दे आंसर ही अलग आ रहा, किसी का मैच नहीं कर रहा। सो इज द राइट आंसर है ऑप्शन प्राप्त होया वो कुशीनागरा विच होया, और उदों उन्हां दी एज जो सी 80 ईयर सी। और अगर ईयर पूछ लिया जाए तो 483 ईस्वी पूर्व दे विच। ठीक है, ये हुई। ये चारों ऑप्शनां दित्तियां गईयां वो बुद्ध धर्म नाल या बुद्ध नाल रिलेट करदियां। ये चारों स्थान तुसीं याद रखने आ। जो बोध गया है उत्थे उन्हां नूं ज्ञान की प्राप्ति हुई। सारनाथ विच उन्होंने पहला उपदेश दिता जिसनूं धर्म चक्कर परिवर्तन किया गया। ठीक है, लुंबनी दे विच उन्हां दा जन्म होया और कुशीनागरा दे विच उन्हां दी मौत हुई। मतलब महानिर्वाण उन्होंने प्राप्त किया। 9वां क्वेश्चन है बुद्ध धर्म ग्रंथ नूं क्या जाता है? ऑप्शन ए है संगम साहित्य, ऑप्शन बी है त्रिरत्न, ऑप्शन सी है त्रिपिटक, ऑप्शन डी है कोई भी नहीं। जो बुद्ध धर्म ग्रंथ ने उन्होंने की कहा जाता है उन्होंने संग्रह नूं? सी आ रहा, बी आ रहा, मोस्टली सी आ रहा।
ਸੋ ਇਸ ਦਾ ਸਹੀ ਆਨਸਰ ਹੈ ਆਪਸ਼ਨ ਸੀ। ਜੋ ਬੁੱਧ ਧਰਮ ਗ੍ਰੰਥ ਨੇ ਉਹਨਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈ। ਉਹ ਤ੍ਰਿਪਿਟਕ ਮਤਲਬ ਤਿੰਨ ਪਿਟਕ, ਤਿੰਨ ਟੋਕਰੀਆਂ। ਤ੍ਰੀ ਦਾ ਮਤਲਬ ਤਿੰਨ ਔਰ ਪਿਟਕ ਦਾ ਮਤਲਬ ਟੋਕਰੀਆਂ। ਕਿਹੜੇ ਤ੍ਰਿਪਿਟਕ ਸੀ? ਪਹਿਲਾ ਸੀ ਵਿਨੈ ਪਿਟਕ, ਦੂਸਰਾ ਸੀ ਸੁਤ ਪਿਟਕ, ਤੀਸਰਾ ਸੀ ਅਭਿਧਮ ਪਿਟਕ। ਔਰ ਇਹ ਤਿੰਨੋਂ ਜੋ ਸੀ ਪਾਲੀ ਭਾਸ਼ਾ ਦੇ ਵਿੱਚ ਲਿਖੇ ਹੋਏ ਸੀ। ਜੋ ਤਿੰਨੇ ਪਿਟਕ ਸੀ ਉਹ ਪਾਲੀ ਭਾਸ਼ਾ ਵਿੱਚ ਲਿਖੇ ਹੋਏ ਸੀ। ਸੰਗਮ ਸਾਹਿਤ ਜੋ ਹੈ ਉਹ ਤਮਿਲ ਜੋ ਹੈ ਉਹਨਾਂ ਦਾ ਉੱਥੋਂ ਦਾ ਗ੍ਰੰਥ ਹੈ। ਔਰ ਤ੍ਰਿਰਤਨ ਬਾਰੇ ਤਾਂ ਤੁਹਾਨੂੰ ਦੱਸ ਚੁੱਕਿਆ ਕੱਲ ਮੈਂ। 10ਵਾਂ ਕੁਐਸਚਨ ਹੈ, ਕਿਹੜਾ ਕਥਨ ਸੱਚ ਨਹੀਂ ਹੈ ਬੁੱਧ ਧਰਮ ਬਾਰੇ? ਆਪਸ਼ਨ ਏ ਹੈ ਬੁੱਧ ਧਰਮ ਪੁਨਰ ਜਨਮ ਨੂੰ ਮਾਨਤਾ ਦਿੰਦਾ ਹੈ। ਆਪਸ਼ਨ ਬੀ ਹੈ ਬੁੱਧ ਧਰਮ ਵਿੱਚ ਆਤਮਾ ਦੀ ਪਰਿਕਲਪਨਾ ਨਹੀਂ ਹੈ। ਆਪਸ਼ਨ ਸੀ ਹੈ ਬੁੱਧ ਧਰਮ ਈਸ਼ਵਰ ਦੀ ਹੋਂਦ ਨਹੀਂ ਮੰਨਦਾ। ਆਪਸ਼ਨ ਡੀ ਹੈ ਬੁੱਧ ਧਰਮ ਦੀਆਂ ਤਿੰਨ ਸੁਭਾਵਾਂ ਹੋਈਆਂ। ਤੁਸੀਂ ਇਹ ਦੱਸਣਾ ਕਿਹੜਾ ਕਥਨ ਸੱਚ ਨਹੀਂ ਹੈ। ਸੀ ਆ ਰਿਹਾ ਮੋਸਟਲੀ ਆਨਸਰ, ਜਾਂ ਪਹਿਲੇ ਦਾ ਸੀ? ਓਕੇ, ਸੀ ਹੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ। ਬੁੱਧ ਧਰਮ ਦੀਆਂ ਤਿੰਨ ਸੁਭਾਵਾਂ ਨਹੀਂ ਹੋਈਆਂ ਸੀ, ਬੁੱਧ ਧਰਮ ਦੀਆਂ 4 ਸੁਭਾਵਾਂ ਹੋਈਆਂ ਸੀ। ਠੀਕ ਹੈ, ਬਾਕੀ ਤਿੰਨੇ ਜੋ ਆਪਸ਼ਨ ਨੇ ਉਹ ਰਾਈਟ ਨੇ। ਜੋ ਬੁੱਧ ਧਰਮ ਹੈ ਉਹ ਪੁਨਰ ਜਨਮ ਨੂੰ ਵੀ ਮਾਨਤਾ ਦਿੰਦਾ ਹੈ, ਕਿਉਂਕਿ ਬੁੱਧ ਧਰਮ ਨੂੰ ਲੈ ਕੇ ਜਾਤਕ ਕਥਾਵਾਂ ਜੋ ਹੈ ਉਹ ਪੜਨ ਨੂੰ ਮਿਲਦੀਆਂ ਆਪਾਂ ਨੂੰ, ਅਤੇ ਆਤਮਾ ਤੇ ਈਸ਼ਵਰ ਦੀ ਹੋਂਦ ਨਹੀਂ ਮੰਨਦਾ ਉਹ। ਠੀਕ ਹੈ, ਬਾਕੀ ਦੋਨੋਂ ਕਥਨ ਵੀ ਰਾਈਟ ਨੇ। ਇਸ ਲਈ ਜੋ ਡੀ ਆਪਸ਼ਨ ਹੈ ਉਹ ਇਸ ਦਾ ਰਾਈਟ ਆਨਸਰ ਹੋਏਗਾ। ਬੁੱਧ ਧਰਮ ਦੀਆਂ 3 ਨਹੀਂ 4 ਸੁਭਾਵਾਂ ਹੋਈਆਂ ਸੀ। 11ਵਾਂ ਕੁਐਸਚਨ ਹੈ, ਬੁੱਧ ਧਰਮ ਦੀ ਪਹਿਲੀ ਸੰਗੀਤੀ ਸਭਾ ਕਿੱਥੇ ਹੋਈ? ਜਿਹੜੀਆਂ 4 ਸੁਭਾਵਾਂ ਹੋਈਆਂ ਸੀ ਉਹਨਾਂ ਵਿੱਚੋਂ ਪਹਿਲੀ ਕਿੱਥੇ ਹੋਈ? ਆਪਸ਼ਨ ਏ ਹੈ ਵਿਸ਼ਾਲੀ, ਆਪਸ਼ਨ ਬੀ ਹੈ ਰਾਜਗ੍ਰਹਿ, ਆਪਸ਼ਨ ਸੀ ਹੈ ਪਾਟਲੀਪੁੱਤਰ, ਆਪਸ਼ਨ ਡੀ ਹੈ ਕੁੰਡਲਵਨ। ਸੀ ਹੀ ਆ ਰਿਹਾ ਔਰ ਪ੍ਰੇਰਨਾ ਕੰਬੋਜ ਦਾ ਏ ਆਇਆ। ਸੋ ਇਸ ਦਾ ਰਾਈਟ ਆਨਸਰ ਜੋ ਹੈ ਆਪਸ਼ਨ ਬੀ ਹੈ। ਬੁੱਧ ਧਰਮ ਦੀ ਜੋ ਪਹਿਲੀ ਸੰਗੀਤੀ ਹੋਈ ਸੀ ਉਹ ਰਾਜਗ੍ਰਹਿਆਂ ਦੇ ਵਿੱਚ ਹੋਈ ਸੀ, ਔਰ ਸੈਕਿੰਡ ਜੋ ਹੋਈ ਸੀ ਉਹ ਵਿਸ਼ਾਲੀ ਦੇ ਵਿੱਚ ਹੋਈ ਸੀ, ਔਰ ਥਰਡ ਜੋ ਹੋਈ ਸੀ ਉਹ ਪਾਟਲੀਪੁੱਤਰ ਵਿੱਚ ਹੋਈ ਸੀ, ਔਰ ਫੋਰਥ ਜੋ ਹੋਈ ਸੀ ਉਹ ਕੁੰਡਲਵਨ ਦੇ ਵਿੱਚ ਹੋਈ ਸੀ। ਠੀਕ ਹੈ, ਰਿਪੀਟ ਕਰ ਰਿਹਾ। ਜੋ ਪਹਿਲੀ ਹੋਈ ਸੀ ਸੰਗੀਤੀ ਉਹ ਰਾਜਗ੍ਰਹਿਆਂ ਦੇ ਵਿੱਚ ਹੋਈ ਸੀ, ਦੂਸਰੀ ਜੋ ਹੋਈ ਸੀ ਉਹ ਵਿਸ਼ਾਲੀ ਦੇ ਵਿੱਚ, ਤੀਸਰੀ ਪਾਟਲੀਪੁੱਤਰ ਵਿੱਚ, ਔਰ ਚੌਥੀ ਕੁੰਡਲਵਨ ਦੇ ਵਿੱਚ। 12ਵਾਂ ਕੁਐਸਚਨ ਹੈ, ਬੁੱਧ ਧਰਮ ਦੀ ਦੂਜੀ ਸੰਗੀਤੀ ਸਭਾ ਦਾ ਪ੍ਰਧਾਨ ਕੌਣ ਸੀ? ਜਿਹੜੀਆਂ 4 ਸੰਗੀਤੀ ਸਭਾਵਾਂ ਹੋਈਆਂ ਸੀ ਉਹਨਾਂ ਸਭ ਦੇ ਪ੍ਰਧਾਨ ਅਲੱਗ-ਅਲੱਗ ਸੀ। ਇਹਨਾਂ ਵਿੱਚੋਂ ਤੁਸੀਂ ਦੱਸਣਾ ਦੂਜੀ ਸੰਗੀਤੀ ਦਾ ਪ੍ਰਧਾਨ ਕੌਣ ਸੀ। ਆਪਸ਼ਨ ਏ ਹੈ ਸਭਾਕਾਮੀ, ਆਪਸ਼ਨ ਬੀ ਹੈ ਮਹਾਕਸ਼ਪ, ਆਪਸ਼ਨ ਸੀ ਹੈ ਵਸੂਮਿੱਤਰ, ਔਰ ਕਿਸੇ ਕਿਸੇ ਬੁੱਕ 'ਚ ਅਸ਼ਵ ਘੋਸ਼ ਵੀ ਆਇਆ। ਆਪਸ਼ਨ ਡੀ ਹੈ ਮੋਂਗਲਪੁੱਤਿਸ਼। ਬੀ ਆ ਰਿਹਾ ਮੋਸਟਲੀ ਆਨਸਰ। ਸਰ ਮੇਰਾ ਬੀ ਵਾ। ਓਕੇ, ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ। ਸਭਾਕਾਮੀ ਜੋ ਸੀ ਉਹ ਦੂਜੀ ਸੰਗੀਤੀ ਦਾ ਪ੍ਰਧਾਨ ਸੀ। ਠੀਕ ਹੈ, ਪਹਿਲੀ ਸੰਗੀਤੀ ਜੋ ਰਾਜਗ੍ਰਹਿ ਦੇ ਵਿੱਚ ਹੋਈ ਸੀ ਉਹਦਾ ਪ੍ਰਧਾਨ ਮਹਾਕਸ਼ਪ ਸੀ, ਪਹਿਲੀ ਸੰਗੀਤੀ ਦਾ, ਫਸਟ ਦਾ। ਠੀਕ ਹੈ, ਦੂਸਰੀ ਦਾ ਸਭਾਕਾਮੀ ਸੀ ਔਰ ਇਹ ਵਿਸ਼ਾਲੀ ਦੇ ਵਿੱਚ ਹੋਈ ਸੀ। ਤੀਸਰੀ ਜੋ ਪਾਟਲੀਪੁੱਤਰ ਵਿੱਚ ਹੋਈ ਸੀ ਉਸ ਦਾ ਪ੍ਰਧਾਨ ਮੋਂਗਲਪੁੱਤਿਸ਼ ਸੀ, ਤੀਸਰੀ ਦਾ। ਠੀਕ ਹੈ, ਔਰ ਚੌਥੀ ਜੋ ਹੋਈ ਸੀ ਕੁੰਡਲਵਨ ਦੇ ਵਿੱਚ ਉਹਦਾ ਪ੍ਰਧਾਨ ਵਸੂਮਿੱਤਰ ਅਸ਼ਵਕੋਸ਼ ਸੀ। 13ਵਾਂ ਕੁਐਸਚਨ ਹੈ, ਬੁੱਧ ਧਰਮ ਦੀ ਤੀਜੀ ਸੰਗੀਤੀ ਸਭਾ ਕਿਸ ਦੇ ਰਾਜ ਵਿੱਚ ਹੋਈ? ਮਤਲਬ ਉਦੋਂ ਰਾਜਾ ਕੌਣ ਸੀ? ਆਪਸ਼ਨ ਏ ਹੈ ਅਜਾਤ ਸ਼ਤਰੂ, ਆਪਸ਼ਨ ਬੀ ਹੈ ਅਸ਼ੋਕ, ਆਪਸ਼ਨ ਸੀ ਹੈ ਕਨਿਸ਼ਕ, ਆਪਸ਼ਨ ਡੀ ਹੈ ਕਾਲਾਸ਼ੋਕ। ਮਾਨਸੀ ਰਾਮਗੜੀਆ ਆਨਸਰ ਸ਼ੋ ਹੋ ਰਹੇ ਆ ਸਭ ਦੇ। ਅਗਰ ਤੁਸੀਂ ਕਰ ਰਹੇ ਹੋ ਤਾਂ ਸਭ ਦੇ ਹੀ ਸ਼ੋ ਹੋ ਰਹੇ ਆ। ਹੁਣ ਤੁਹਾਡਾ ਇਹ ਆਇਆ, ਕਿਉਂਕਿ ਸਭ ਦੇ ਆਨਸਰ ਮੈਂ ਰੀਡ ਨਹੀਂ ਕਰ ਰਿਹਾ, ਮੈਂ ਸਿਰਫ ਉਹੀ ਰੀਡ ਕਰ ਰਿਹਾ ਜੋ ਲਾਸਟ ਤੇ ਸ਼ੋ ਹੋ ਰਿਹਾ ਮੈਨੂੰ। ਤੀਜੀ ਜੋ ਸੰਗੀਤੀ ਸਭਾ ਸੀ ਉਹ ਕਿੰਦੇ ਕਾਲ ਦੇ ਵਿੱਚ ਹੋਈ? ਅਸ਼ੋਕ ਦੇ ਕਾਲ ਦੇ ਵਿੱਚ। ਠੀਕ ਹੈ, ਅਸ਼ੋਕ ਉਦੋਂ ਰਾਜਾ ਸੀ। ਪਹਿਲੀ ਸੰਗੀਤੀ
ਦਾ ਰਾਜਾ ਅਜਾਤ ਸ਼ਤਰੂ ਸੀ, ਅਜਾਤ ਸ਼ਤਰੂ ਦੇ ਸਮੇਂ ਵਿੱਚ ਹੋਈ ਫਸਟ। ਔਰ ਸੈਕਿੰਡ ਜੋ ਹੋਈ ਕਾਲਾਸ਼ੋਕ ਦੇ ਸਮੇਂ ਵਿੱਚ ਹੋਈ। ਫੋਰਥ ਜੋ ਹੋਈ ਕਨਿਸ਼ਕ ਦੇ ਸਮੇਂ ਹੋਈ। ਔਰ ਇਹ ਲਾਸਟ ਸੀ ਕਨਿਸ਼ਕ ਦੇ ਟਾਈਮ ਬੁੱਧ ਸੰਗੀਤੀ। 14ਵਾਂ ਕੁਐਸਚਨ ਹੈ, ਕਿਸ ਬੁੱਧ ਸੰਗੀਤੀ ਵਿੱਚ ਬੁੱਧ ਧਰਮ ਦੋ ਸੰਪਰਦਾਇਆਂ ਵਿੱਚ ਵੰਡਿਆ ਗਿਆ? ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। ਕਿਸ ਬੁੱਧ ਸੰਗੀਤੀ ਵਿੱਚ ਬੁੱਧ ਧਰਮ ਦੋ ਸੰਪਰਦਾਇਆਂ ਵਿੱਚ ਵੰਡਿਆ ਗਿਆ? ਆਪਸ਼ਨ ਏ ਹੈ ਪਹਿਲੀ, ਆਪਸ਼ਨ ਬੀ ਹੈ ਦੂਜੀ, ਆਪਸ਼ਨ ਸੀ ਹੈ ਤੀਜੀ, ਆਪਸ਼ਨ ਡੀ ਹੈ ਚੌਥੀ। ਚਾਰ ਸੰਗੀਤੀਆਂ ਹੋਈਆਂ ਸੀ ਬੁੱਧ ਧਰਮ ਦੀਆਂ, ਔਰ ਕਿਹੜੀ ਸੰਗੀਤੀ ਦੇ ਵਿੱਚ ਬੁੱਧ ਧਰਮ ਜੋ ਹੈ ਦੋ ਸੰਪਰਦਾਇਆਂ ਵਿੱਚ ਵੰਡਿਆ ਗਿਆ? ਸ਼ੀਨੂ ਦਾ ਸੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਚੌਥੀ। ਜੋ ਲਾਸਟ ਸੰਗੀਤੀ ਸੀ ਉਦੋਂ ਬੁੱਧ ਧਰਮ ਜੋ ਸੀ ਦੋ ਸੰਪਰਦਾਇਆਂ ਵਿੱਚ ਵੰਡਿਆ ਗਿਆ। ਉਦੋਂ ਰਾਜਾ ਕੌਣ ਸੀ? ਕਨਿਸ਼ਕ। ਕਨਿਸ਼ਕ ਦੇ ਸਮੇਂ ਜੋ ਚੌਥੀ ਸੰਗੀਤੀ ਹੋਈ ਬੁੱਧ ਧਰਮ ਦੋ ਸੰਪਰਦਾਇਆਂ ਵਿੱਚ ਵੰਡਿਆ ਗਿਆ। ਕਿਹੜੇ ਕਿਹੜੇ ਸੰਪਰਦਾਇ ਸੀ? ਪਹਿਲਾ ਸੀ ਹੀਨਯਾਨ ਔਰ ਦੂਸਰਾ ਸੀ ਮਹਾਯਾਨ। ਠੀਕ ਹੈ, ਪਹਿਲਾ ਹੀਨਯਾਨ, ਦੂਸਰਾ ਮਹਾਯਾਨ। 15ਵਾਂ ਕੁਐਸਚਨ ਹੈ, ਬੋਧਿਸਤਵ ਕਿਸ ਸੰਪਰਦਾਇ ਦਾ ਆਦਰਸ਼ ਹੈ? ਆਪਸ਼ਨ ਏ ਹੈ ਹੀਨਯਾਨ, ਆਪਸ਼ਨ ਬੀ ਹੈ ਮਹਾਯਾਨ, ਆਪਸ਼ਨ ਸੀ ਹੈ ਸ਼ਵੇਤਾਂਬਰ, ਆਪਸ਼ਨ ਡੀ ਹੈ ਦਿਗੰਬਰ। ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਹੈ ਜੋ ਨਾਇਬ ਤਹਿਸੀਲਦਾਰ ਦੀ ਔਰ ਪਟਵਾਰੀ ਦੀ ਤਿਆਰੀ ਕਰ ਰਹੇ ਹੋ ਉਹਨਾਂ ਲਈ ਸਪੈਸ਼ਲੀ। ਅਗਰ ਪੀਸੀਐਸ ਦਾ ਐਗਜ਼ਾਮ ਦੇ ਰਹੇ ਹੋ ਤਾਂ ਇਹ ਤੁਹਾਡੇ ਲਈ ਮੋਸਟ ਇੰਪੋਰਟੈਂਟ ਕੁਐਸਚਨ ਹੈ। ਬੋਧਿਸਤਵ ਜੋ ਸੀ ਉਹ ਕਿਹੜੀ ਸੰਪਰਦਾਇ ਦਾ ਆਦਰਸ਼ ਸੀ? ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਬੀ, ਮਹਾਯਾਨ ਦਾ ਆਦਰਸ਼ ਸੀ, ਕਿਉਂਕਿ ਇਹ ਮੰਨਦੇ ਸੀ ਕਿ ਦੂਜਿਆਂ ਦੇ ਕਲਿਆਣ ਨੂੰ ਪਹਿਲ ਦਿੰਦੇ ਹੋਏ ਆਪਣਾ ਨਿਰਵਾਣ ਜੋ ਹੈ ਦੇਰੀ ਨਾਲ ਕਰਨਾ। ਮਹਾਯਾਨ ਜੋ ਸੰਪਰਦਾਇ ਸੀ ਉਹ ਕਹਿੰਦਾ ਸੀ ਕਿ ਜੇਕਰ ਸਾਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਤਾਂ ਅਸੀਂ ਦੂਜੇ ਲੋਕਾਂ ਨੂੰ ਵੀ ਗਿਆਨ ਵੰਡੀਏ। ਇਹੀ ਬੋਧਿਸਤਵ ਕਹਿੰਦਾ। ਠੀਕ ਹੈ, ਲੇਕਿਨ ਹੀਨਯਾਨ ਜੋ ਸੰਪਰਦਾਇ ਸੀ, ਹੀਨਯਾਨ ਕੀ ਕਹਿੰਦਾ ਹੈ ਕਿ ਜੇਕਰ ਸਾਨੂੰ ਗਿਆਨ ਦੀ ਪ੍ਰਾਪਤੀ ਹੋ ਗਈ ਹੈ ਤਾਂ ਅਸੀਂ ਦੂਜਿਆਂ ਦਾ ਕਲਿਆਣ ਨਹੀਂ ਕਰਨਾ, ਸਿਰਫ ਉਸ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਨਿਰਵਾਣ ਪ੍ਰਾਪਤ ਕਰ ਲੈਣਾ ਹੈ, ਮਤਲਬ ਮੁਕਤੀ ਪ੍ਰਾਪਤ ਕਰ ਲੈਣੀ ਹੈ। ਇਹ ਹੀਨਯਾਨ ਸੰਪਰਦਾਇ ਕਹਿੰਦਾ ਸੀ। ਹੀਨਯਾਨ ਜੋ ਸੀ ਉਹ ਆਤਮ ਕੇਂਦਰਿਤ ਸੀ, ਮਤਲਬ ਸੈਲਫ ਕੇਂਦਰਿਤ ਸੀ, ਔਰ ਮਹਾਯਾਨ ਜੋ ਸੀ ਉਹ ਜਨ ਕੇਂਦਰਿਤ ਸੀ। ਇਹਨੂੰ ਯਾਦ ਕਰਨ ਲਈ ਇਹ ਸੌਖਾ ਤਰੀਕਾ ਹੈ। ਸ਼ਵੇਤਾਂਬਰ ਤੇ ਦਿਗੰਬਰ ਜੋ ਸੀ ਉਹ ਜੈਨ ਧਰਮ ਨਾਲ ਸੰਬੰਧਿਤ ਸੀ। ਸ਼ਵੇਤਾਂਬਰ ਸਫੇਦ ਕੱਪੜੇ ਪਾਉਂਦੇ ਸੀ, ਦਿਗੰਬਰ ਜੋ ਸੀ ਉਹ ਕੋਈ ਵੀ ਕੱਪੜਾ ਧਾਰਨ ਨਹੀਂ ਕਰਦੇ ਸੀ। 16ਵਾਂ ਕੁਐਸਚਨ ਹੈ, ਬੁੱਧ ਦੇ ਅਸ਼ਟਾਂਗਿਕ ਮਾਰਗ ਸਿਧਾਂਤ ਵਿੱਚ ਨਹੀਂ ਹੈ। ਆਪਸ਼ਨ ਏ ਹੈ ਸੱਚਾ ਸੰਕਲਪ, ਆਪਸ਼ਨ ਬੀ ਹੈ ਸੱਚਾ ਕਰਮ, ਆਪਸ਼ਨ ਸੀ ਹੈ ਸੱਚੀ ਸਮਾਧੀ, ਆਪਸ਼ਨ ਡੀ ਹੈ ਸੱਚੀ ਹੋਂਦ। ਇਸ ਕੁਐਸਚਨ ਦੇ ਵਿੱਚ ਦੋ ਕੁਐਸਚਨ ਹੀ ਬਣਨਗੇ, ਸੋ ਉਹ ਵੀ ਮੈਂ ਦੱਸਦਾ, ਇੱਕ ਵਾਰੀ ਇਹਦਾ ਤੁਸੀਂ ਆਨਸਰ ਦਿਓ। ਇੱਕ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸ਼ਟਾਂਗਿਕ ਮਾਰਗ ਸਿਧਾਂਤ ਜੋ ਹੈ ਉਹ ਕਿਸ ਧਰਮ ਨੇ ਦਿੱਤਾ। ਉਸ ਦਾ ਰਾਈਟ ਆਨਸਰ ਆਏਗਾ ਬੁੱਧ ਧਰਮ। ਔਰ ਦੂਸਰਾ ਕੁਐਸਚਨ ਜੋ ਤੁਹਾਨੂੰ ਸਕਰੀਨ ਤੇ ਸ਼ੋ ਹੋ ਰਿਹਾ, ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਡੀ, ਸੱਚੀ ਹੋਂਦ ਅਸ਼ਟਾਂਗਿਕ ਮਾਰਗ ਦਾ ਸਿਧਾਂਤ ਨਹੀਂ ਹੈ। ਬਾਕੀ 8 ਸਿਧਾਂਤ ਕਿਹੜੇ ਆ ਉਹ ਮੈਂ ਤੁਹਾਨੂੰ ਦੱਸ ਦਿੰਨਾ। ਇਸ ਤੋਂ ਇਲਾਵਾ ਜੋ 8 ਸਿਧਾਂਤ ਆ, ਸੱਚੀ ਦ੍ਰਿਸ਼ਟੀ ਹੈ, ਸੱਚਾ ਸੰਕਲਪ ਹੈ, ਸੱਚੀ ਬਾਣੀ ਹੈ, ਸੱਚਾ ਕਰਮ ਹੈ, ਸੱਚੀ ਸਮਾਧੀ ਹੈ, ਸੱਚਾ ਆਚਰਣ ਹੈ, ਸੱਚਾ ਵਿਆਮ ਮਤਲਬ ਸੱਚੀ ਯੋਗਾ ਹੈ, ਸੱਚੀ ਸੋਚ ਹੈ। ਇਹ 8 ਮਾਰਗ ਨੇ। ਠੀਕ ਹੈ, 17ਵਾਂ ਕੁਐਸਚਨ ਹੈ, ਬੁੱਧ ਧਰਮ ਦਾ ਪਰਮ ਲਕਸ਼ ਹੈ। ਆਪਸ਼ਨ ਏ ਹੈ ਗਿਆਨ ਪ੍ਰਾਪਤ ਕਰਨਾ, ਆਪਸ਼ਨ ਬੀ ਹੈ ਨਿਰਵਾਣ ਪ੍ਰਾਪਤ ਕਰਨਾ, ਆਪਸ਼ਨ ਸੀ ਹੈ ਉਪਦੇਸ਼, ਆਪਸ਼ਨ ਡੀ ਹੈ ਕੋਈ ਵੀ ਨਹੀਂ। ਮਧੂ ਥਾਪਾ ਸੀ ਔਰ ਮਨਪ੍ਰੀਤ ਦਾ ਬੀ, ਕੁਲਦੀਪ ਦਾ ਵੀ ਬੀ, ਬਾਕੀ ਮੋਸਟਲੀ ਬੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਬੁੱਧ ਧਰਮ ਦਾ ਜੋ ਪਰਮ ਲਕਸ਼ ਹੈ ਉਹ ਨਿਰਵਾਣ ਪ੍ਰਾਪਤੀ ਕਰਨਾ ਹੈ। ਨਿਰਵਾਣ ਦੇ ਵਿੱਚ ਕੀ ਹੁੰਦਾ ਹੈ ਕਿ ਮੁਕਤੀ ਪ੍ਰਾਪਤ ਕਰ ਲੈਣਾ। ਠੀਕ ਹੈ, ਜਿਸ ਦੇ ਵਿੱਚ ਕੀ ਕਹਿੰਦੇ ਆ, ਨਿਰਵਾਣ ਪ੍ਰਾਪਤ ਕਰਨਾ ਦਾ ਮਤਲਬ ਹੈ ਦੀਪਕ ਦਾ ਬੁੱਝ ਜਾਣਾ, ਮਤਲਬ ਜੀਵਨ ਅਤੇ ਮਰਨ ਚੱਕਰ ਤੋਂ ਮੁਕਤੀ ਪਾ ਲੈਣਾ। ਇਹੀ ਬੁੱਧ ਧਰਮ ਦਾ ਪਰਮ ਲਕਸ਼ ਹੈ। 18ਵਾਂ ਕੁਐਸਚਨ ਹੈ, ਕਿਹੜਾ ਸਿਧਾਂਤ ਬੁੱਧ ਅਤੇ ਜੈਨ ਧਰਮ ਦੋਨਾਂ ਵਿੱਚ ਮਿਲਦਾ ਹੈ? ਆਪਸ਼ਨ ਏ ਹੈ ਈਸ਼ਵਰ ਦੀ ਅਣਹੋਂਦ, ਆਪਸ਼ਨ ਬੀ ਹੈ ਗਿਆਨ ਦਾ ਤਪ, ਆਪਸ਼ਨ ਸੀ ਹੈ ਮੁਕਤੀ ਲਈ ਕਠੋਰ ਤਪੱਸਿਆ, ਆਪਸ਼ਨ ਡੀ ਹੈ ਕੋਈ ਨਹੀਂ।
कोई ना, लाइट गई है तो इन्वर्टर चल रहा ना। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਏ। ਈਸ਼ਵਰ ਦੀ ਅਣਹੋਂਦ ਜੋ ਹੈ ਉਹ ਬੁੱਧ ਅਤੇ ਜੈਨ ਧਰਮ ਦੋਨਾਂ ਦੇ ਵਿੱਚ ਮਿਲਦੀ ਹੈ। ਮਤਲਬ ਅਣ ਈਸ਼ਵਰਵਾਦ, ਦੋਨੋਂ ਜੋ ਧਰਮ ਨੇ ਉਹ ਅਣ ਈਸ਼ਵਰਵਾਦ ਨੂੰ ਮੰਨਦੇ ਆ ਕਿ ਈਸ਼ਵਰ ਹੈ ਹੀ ਨਹੀਂ। 19ਵਾਂ ਕੁਐਸਚਨ ਹੈ, ਮਗਧ ਦਾ ਸਭ ਤੋਂ ਪ੍ਰਾਚੀਨ ਵੰਸ਼ ਸੀ। ਆਪਸ਼ਨ ਏ ਹੈ ਮੌਰੀਆ, ਆਪਸ਼ਨ ਬੀ ਹੈ ਨੰਦ, ਆਪਸ਼ਨ ਸੀ ਹੈ ਹਰਿਅੰਕ, ਆਪਸ਼ਨ ਡੀ ਹੈ ਸ਼ੁੰਗ। ਇਹਦਾ ਹੀ ਆਨਸਰ ਦੇ ਰਹੇ ਹੋ ਸਾਰੇ, ਇਹ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਆਪਸ਼ਨ ਸੀ। ਮਗਧ ਦਾ ਸਭ ਤੋਂ ਪ੍ਰਾਚੀਨ ਵੰਸ਼ ਹਰਿਅੰਕ ਵੰਸ਼ ਸੀ। ਇਸ ਵੰਸ਼ ਦਾ ਜੋ ਪਹਿਲਾ ਸ਼ਾਸਕ ਸੀ ਬਿੰਬੀਸਾਰ, ਉਸ ਸਮੇਂ ਮਗਧ ਜੋ ਸੀ ਸਭ ਤੋਂ ਸ਼ਕਤੀਸ਼ਾਲੀ ਹੋ ਗਿਆ ਬਿੰਬੀਸਾਰ ਸਮੇਂ। ਠੀਕ ਹੈ, ਬਿੰਬੀਸਾਰ ਹਰਿਅੰਕ ਵੰਸ਼ ਦਾ ਪਹਿਲਾ ਸ਼ਕਤੀਸ਼ਾਲੀ ਸ਼ਾਸਕ ਸੀ ਔਰ ਬਿੰਬੀਸਾਰ ਦਾ ਪੁੱਤਰ ਸੀ ਅਜਾਤ ਸ਼ਤਰੂ। ਉਸ ਤੋਂ ਬਾਅਦ ਜੋ ਹੈ ਸ਼ਿਸ਼ੂ ਨਾਗ ਵੰਸ਼ ਆਇਆ। ਸਭ ਤੋਂ ਪਹਿਲਾਂ ਹਰਿਅੰਕ ਵੰਸ਼, ਫਿਰ ਸ਼ਿਸ਼ੂ ਨਾਗ ਵੰਸ਼, ਉਸ ਤੋਂ ਬਾਅਦ ਨੰਦ ਵੰਸ਼, ਨੰਦ ਵੰਸ਼ ਤੋਂ ਜੋ ਹੈ ਬਾਅਦ ਮੌਰੀਆ ਵੰਸ਼, ਮੌਰੀਆ ਤੋਂ ਬਾਅਦ ਸ਼ੁੰਗ ਵੰਸ਼ ਆਇਆ। ਇਹ ਇੱਕ ਸੀਕੁਐਂਸ ਹੈ। ਨੰਬਰ ਮੈਂ ਲਿਖ ਦੇਣਾ, ਸਭ ਤੋਂ ਪਹਿਲਾਂ ਇਹ, ਫਿਰ ਸ਼ਿਸ਼ੂ ਨਾਗ ਵੰਸ਼ ਤੋਂ ਬਾਅਦ ਨੰਦ ਵੰਸ਼, ਫਿਰ ਥਰਡ ਮੌਰੀਆ, ਫੋਰਥ ਸ਼ੁੰਗ। ਕਿਵੇਂ ਹੋਇਆ ਕਿ ਜੋ ਮੌਰੀਆ ਵੰਸ਼ ਸੀ ਉਸ ਦਾ ਲਾਸਟ ਸ਼ਾਸਕ ਜੋ ਸੀ ਬ੍ਰਿਹਦਾਰਥ, ਉਸ ਨੂੰ ਪੁਸ਼ਪਾ ਮਿੱਤਰ ਸ਼ੁੰਗ ਜੋ ਉਸ ਦਾ ਸੈਨਾਪਤੀ ਸੀ ਉਸਨੇ ਖਤਮ ਕਰ ਦਿੱਤਾ, ਉਸ ਦੀ ਹੱਤਿਆ ਕਰਤੀ, ਤਾਂ ਸ਼ੁੰਗ ਵੰਸ਼ ਜੋ ਹੈ ਸਥਾਪਿਤ ਹੋ ਗਿਆ। 20ਵਾਂ ਕੁਐਸਚਨ ਹੈ, ਬਿੰਬੀਸਾਰ ਦੇ ਪੁੱਤਰ ਦਾ ਕੀ ਨਾਂ ਸੀ। ਆਪਸ਼ਨ ਏ ਹੈ ਅਸ਼ੋਕ, ਆਪਸ਼ਨ ਬੀ ਹੈ ਅਜਾਤ ਸ਼ਤਰੂ, ਆਪਸ਼ਨ ਸੀ ਹੈ ਗੌਤਮ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਮੀਨਾ ਸਰ ਮੇਰਾ ਆਨਸਰ ਸ਼ੋ ਹੋ ਰਿਹਾ ਯੂ ਕੋਲ। ਹਾਂਜੀ ਮੀਨਾ, ਤਾਂ ਅਗਰ ਤੁਹਾਡਾ ਕੋਈ ਵੀ ਮੈਂ ਮੈਸੇਜ ਰੀਡ ਕਰ ਰਿਹਾ ਤਾਂ ਬਾਕੀ ਸਾਰੇ ਵੀ ਹੋ ਰਹੇ ਹੋਣਗੇ। ਇਸ ਦਾ ਆਨਸਰ ਤਾਂ ਮੈਂ ਪਿਛਲੇ ਕੁਐਸਚਨ ਵਿੱਚ ਵੀ ਰਿਪੀਟ ਕਰ ਗਿਆ, ਸੋ ਇਹ ਈਜ਼ੀ ਹੈ ਤੁਹਾਡੇ ਲਈ। ਬਿੰਬੀਸਾਰ ਦਾ ਪੁੱਤਰ ਜੋ ਸੀ ਅਜਾਤ ਸ਼ਤਰੂ ਸੀ, ਉਸਨੇ ਕੀ ਕੀਤਾ ਕਿ ਆਪਣੇ ਪਿਤਾ ਨੂੰ ਹੀ ਕਤਲ ਕਰ ਦਿੱਤਾ। ਉਹਨਾਂ ਨੂੰ ਕਤਲ ਕਰਕੇ 493 ਈਸਵੀ ਪੂਰਵ ਦੇ ਵਿੱਚ ਗੱਦੀ ਤੇ ਬੈਠ ਗਿਆ। ਠੀਕ ਹੈ, ਔਰ 32 ਸਾਲ ਇਸਨੇ ਰਾਜ ਕੀਤਾ ਅਜਾਤ ਸ਼ਤਰੂ ਨੇ। 21ਵਾਂ ਕੁਐਸਚਨ ਹੈ, ਸ਼ਿਸ਼ੂ ਨਾਗ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ। ਹਰਿਅੰਕ ਵੰਸ਼ ਤੋਂ ਬਾਅਦ ਸ਼ਿਸ਼ੂ ਨਾਗ ਵੰਸ਼ ਆਉਂਦਾ ਹੈ, ਉਸ ਦੀ ਸਥਾਪਨਾ ਕਿਸ ਨੇ ਕੀਤੀ। ਆਪਸ਼ਨ ਏ ਹੈ ਨਾਗਦਸ਼ਕ, ਆਪਸ਼ਨ ਬੀ ਹੈ ਸ਼ਿਸ਼ੂ ਨਾਗ, ਆਪਸ਼ਨ ਸੀ ਹੈ ਧਨਾਨੰਦ, ਆਪਸ਼ਨ ਡੀ ਹੈ ਉਦਯਾਇਨ। ਬੀ ਆ ਰਿਹਾ ਮੋਸਟਲੀ ਇਹਦਾ ਆਨਸਰ। ਸੋ ਇਹਦੇ ਵਿੱਚ ਹੀ ਹੈ ਸ਼ਿਸ਼ੂ ਨਾਗ ਜੋ ਹੈ, ਅਗਰ ਨਾਗਵੰਸ਼ ਦੀ ਸਥਾਪਨਾ ਹੋ ਰਹੀ ਹੈ ਤਾਂ ਸ਼ਿਸ਼ੂ ਨਾਗਵੰਸ਼ ਨੇ ਹੀ ਕੀਤੀ ਹੋਏਗੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਠੀਕ ਹੈ, ਇਸ ਨੇ ਹਰਿਅੰਕ ਵੰਸ਼ ਦੇ ਆਖਰੀ ਸ਼ਾਸਕ ਜੋ ਨਾਗਦਸ਼ਕ ਸੀ, ਉਹ ਹਰਿਅੰਕ ਵੰਸ਼ ਦਾ ਆਖਰੀ ਸ਼ਾਸਕ ਸੀ, ਉਸ ਨੂੰ ਪਦ ਤੋਂ ਉਤਾਰ ਕੇ ਕੀ ਕੀਤਾ ਕਿ ਗੱਦੀ ਨੂੰ ਹੜੱਪ ਲਿਆ। ਠੀਕ ਹੈ, ਨਾਗਦਸ਼ਕ ਜੋ ਸੀ ਉਹ ਹਰਿਅੰਕ ਵੰਸ਼ ਦਾ ਆਖਰੀ ਸ਼ਾਸਕ ਸੀ। ਠੀਕ ਹੈ, 22ਵਾਂ ਕੁਐਸਚਨ ਹੈ, ਸ਼ਿਸ਼ੂ ਨਾਗ ਨੇ ਆਪਣੀ ਰਾਜਧਾਨੀ ਪਾਟਲੀਪੁੱਤਰ ਤੋਂ ਬਦਲ ਕੇ ਕਿਸ ਨੂੰ ਰਾਜਧਾਨੀ ਬਣਾਇਆ। ਆਪਸ਼ਨ ਏ ਹੈ ਰਾਜਗ੍ਰਹਿ, ਆਪਸ਼ਨ ਬੀ ਹੈ ਕਾਂਸ਼ੀ, ਆਪਸ਼ਨ ਸੀ ਹੈ ਵਿਸ਼ਾਲੀ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਸੀ ਆ ਰਿਹਾ ਔਰ ਮਧੂ ਥਾਪਾ ਦਾ ਬੀ ਆ ਰਿਹਾ, ਅਮਰਜੋਤ ਦਾ ਏ ਆਇਆ, ਬਾਕੀ ਸਭ ਦਾ ਸੀ ਆ ਰਿਹਾ। ਸ਼ਿਸ਼ੂ ਨਾਗ ਨੇ ਜੋ ਆਪਣੀ ਰਾਜਧਾਨੀ ਹੈ ਪਾਟਲੀਪੁੱਤਰ ਤੋਂ ਬਦਲ ਕੇ ਕਿਸ ਨੂੰ ਬਣਾਇਆ ਰਾਜਧਾਨੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਸੀ ਹੈ ਵਿਸ਼ਾਲੀ ਨੂੰ ਉਸਨੇ ਰਾਜਧਾਨੀ ਬਣਾਇਆ ਸੀ। 23ਵਾਂ ਕੁਐਸਚਨ ਹੈ, ਨਾਗਵੰਸ਼ ਦਾ ਅੰਤਿਮ ਰਾਜਾ ਸੀ। ਆਪਸ਼ਨ ਏ ਹੈ ਸ਼ਿਸ਼ੂ ਨਾਗ, ਆਪਸ਼ਨ ਬੀ ਹੈ ਨੰਦੀਵਰਧਨ, ਆਪਸ਼ਨ ਸੀ ਹੈ ਕਾਲਾਸ਼ੋਕ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਸ਼ਿਸ਼ੂ ਨਾਗ ਜੋ ਵੰਸ਼ ਸੀ ਉਸ ਦਾ ਆਖਰੀ ਸ਼ਾਸਕ ਕੌਣ ਸੀ।
ए और बी सब ਦੇ ਅਲੱਗ-ਅਲੱਗ ਹੀ ਆ ਰਿਹਾ। ਜਸ਼ਨ ਦਾ ਬੀ ਆਇਆ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਨਾਗਵੰਸ਼ ਦਾ ਜੋ ਅੰਤਿਮ ਰਾਜਾ ਸੀ ਉਹ ਨੰਦੀਵਰਧਨ। ਕਲਾਸ਼ੋਕ ਜੋ ਸੀ ਉਸ ਵੇਲੇ ਕੀ ਹੋਇਆ ਕਿ ਦੂਜੀ ਬੋਧੀ ਸੰਗੀਤੀ ਹੋਈ ਸੀ। ਠੀਕ ਹੈ, ਸ਼ਿਸ਼ੂ ਨਾਗਵੰਸ਼ ਦਾ ਸੰਸਥਾਪਕ ਸੀ। 24ਵਾਂ ਕੁਐਸਚਨ ਹੈ, ਨੰਦ ਵੰਸ਼ ਦਾ ਸੰਸਥਾਪਕ ਸੀ। ਆਪਸ਼ਨ ਏ ਹੈ ਧਨਾਨੰਦ, ਆਪਸ਼ਨ ਬੀ ਹੈ ਮਾਂ ਪਦਮਾਨੰਦ, ਆਪਸ਼ਨ ਸੀ ਹੈ ਨੰਦ, ਆਪਸ਼ਨ ਡੀ ਹੈ ਕੋਈ ਵੀ ਨਹੀਂ। ਬੀ ਆ ਰਿਹਾ ਮੋਸਟਲੀ ਆਨਸਰ ਸਭ ਦਾ। ਮਧੂ ਥਾਪਾ ਦਾ ਸੀ ਆਇਆ, ਬਾਕੀ ਸਭ ਦਾ ਬੀ ਹੀ ਆ ਰਿਹਾ। ਸੋ ਇਸ ਦਾ ਰਾਈਟ ਆਨਸਰ ਹੈ ਨੰਦ ਵੰਸ਼ ਦਾ ਜੋ ਅਸਲੀ ਸੰਸਥਾਪਕ ਸੀ ਉਹ ਮਾਂ ਪਦਮਾਨੰਦ ਸੀ। ਇਸ ਨੇ ਕੀ ਕੀਤਾ, ਸ਼ਿਸ਼ੂ ਨਾਗ ਦੇ ਵੰਸ਼ ਨੂੰ ਹਰਾ ਕੇ ਮਗਧ ਜਿੱਤ ਲਿਆ ਸੀ। ਔਰ ਧਨਾਨੰਦ ਜੋ ਸੀ ਉਹ ਇਸ ਵੰਸ਼ ਦਾ ਆਖਰੀ ਸ਼ਾਸਕ ਸੀ। ਇਸ ਨੂੰ ਚੰਦਰਗੁਪਤ ਮੌਰੀਆ ਨੇ ਹਰਾ ਦਿੱਤਾ ਸੀ ਔਰ ਇਹ ਸਿਕੰਦਰ ਦਾ ਸਮਕਾਲੀ ਸੀ। ਸਿਕੰਦਰ ਜਦੋਂ ਭਾਰਤ ਤੇ ਹਮਲਾ ਕਰਨ ਆ ਰਿਹਾ ਸੀ ਤਾਂ ਉਦੋਂ ਧਨਾਨੰਦ ਜੋ ਸੀ ਮਗਧ ਦੇ ਉੱਪਰ ਰਾਜ ਕਰ ਰਿਹਾ ਸੀ। ਠੀਕ ਹੈ, ਇਸ ਨੂੰ ਹਰਾ ਕੇ ਚੰਦਰਗੁਪਤ ਮੌਰੀਆ ਨੇ ਮੌਰੀਆ ਵੰਸ਼ ਦੀ ਨੀਂਹ ਰੱਖੀ, ਜਿਸ ਬਾਰੇ ਆਪਾਂ ਕੱਲ ਪੜਾਂਗੇ। ਇੱਕ ਕੁਐਸਚਨ ਹੈ ਉਹਦਾ ਮੈਂ ਕਲੈਰੀਫਿਕੇਸ਼ਨ ਥੋੜਾ ਜਿਹਾ ਹੋਰ ਡਿਟੇਲ ਵਿੱਚ ਕਰਨਾ ਚਾਹੁੰਦਾ। ਲੈਫਟ ਨਾ ਕਰਿਓ, ਇੱਕ ਲਿੰਕ ਮਿਲੇਗਾ ਤੁਹਾਨੂੰ ਸਭ ਨੂੰ, ਉਹ ਜੁਆਇਨ ਕਰ ਲਿਓ। 22ਵਾਂ ਕੁਐਸਚਨ ਹੈ, ਸੌਰੀ 21ਵਾਂ ਕੁਐਸਚਨ ਹੈ, ਸ਼ਿਸ਼ੂ ਨਾਗ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ? ਇਸ ਦਾ ਆਨਸਰ ਹੈ ਸ਼ਿਸ਼ੂ ਨਾਗ ਹੈ। ਠੀਕ ਹੈ, ਇਹ ਹਰਿਅੰਕ ਵੰਸ਼ ਦੇ ਆਖਰੀ ਸ਼ਾਸਕ ਜੋ ਸੀ ਨਾਗਦਸ਼ਕ ਨੂੰ ਪਦ ਤੋਂ ਉਤਾਰ ਕੇ, ਸੌਰੀ ਨਾਗਦਸ਼ਕ ਦਾ ਜੋ ਪੁੱਤਰ ਸੀ ਉਦਯਾਇਨ ਉਹ ਆਖਰੀ ਸ਼ਾਸਕ ਸੀ। ਠੀਕ ਹੈ, ਹਰਿਅੰਕ ਵੰਸ਼ ਦਾ ਉਦਯਾਇਨ ਜੋ ਸੀ ਉਹ ਆਖਰੀ ਸ਼ਾਸਕ ਸੀ ਔਰ ਇਹ ਨਾਗਦਸ਼ਕ ਦਾ ਪੁੱਤਰ ਸੀ। ਠੀਕ ਹੈ, ਇਹੀ ਮੈਂ ਕਹਿਣਾ ਚਾਹੁੰਦਾ ਸੀ। ਇਹਨੇ ਜੋ ਕੀ ਕੀਤਾ ਕਿ 461 ਈਸਵੀ ਪੂਰਵ ਦੇ ਵਿੱਚ ਪਾਟਲੀਗ੍ਰਾਮ ਦੀ ਇੱਕ ਸਥਾਪਨਾ ਕੀਤੀ ਜੋ ਬਾਅਦ ਵਿੱਚ ਪਾਟਲੀਪੁੱਤਰ ਬਣਿਆ। ਸੋ ਅਗਰ ਕਿਸੇ ਨੂੰ ਕੋਈ ਡਾਊਟ ਹੈ ਤਾਂ ਉਹ ਹੈਂਡ ਰੇਜ਼ ਕਰ ਲਓ, ਉਸ ਤੋਂ ਬਾਅਦ ਮੈਂ ਲਿੰਕ ਸ਼ੇਅਰ ਕਰਦਾ ਇੱਕ। ਅਗਰ ਕੋਈ ਕੱਲ ਵਾਲਾ ਕੁਐਸਚਨ ਕਿਸੇ ਨੂੰ ਯਾਦ ਹੈ, ਕਿਉਂਕਿ ਕੱਲ ਡਾਊਟ ਨਹੀਂ ਲਏ ਗਏ ਸੀ, ਸੋ ਉਹ ਵੀ ਪੁੱਛ ਸਕਦਾ। ਓਕੇ ਪ੍ਰਭਦੀਪ, ਕੋਈ ਡਾਊਟ ਨਹੀਂ ਹੈ ਤਾਂ ਵਧੀਆ। ਸਰ ਉਹ ਕਿਸ ਲਈ ਹੈ? ਹਾਂ ਉਹ ਲਿੰਕ ਜੁਆਇਨ ਕਰ ਲਿਓ, ਕਿਉਂਕਿ ਉਹ ਮੈਂ ਦੱਸਦਾ ਬਾਅਦ ਚ, ਇੱਕ ਵਾਰੀ ਡਾਊਟ ਲੈ ਲਈਏ। 6ਵਾਂ ਕੁਐਸਚਨ ਹੈ ਸਭ ਤੋਂ ਪਹਿਲੇ, ਬੁੱਧ ਨੂੰ ਗਿਆਨ ਦੀ ਪ੍ਰਾਪਤੀ ਜੋ ਹੈ ਬੋਧ ਗਇਆ ਦੇ ਵਿੱਚ ਹੋਈ ਸੀ। ਸੋ ਇਸ ਦਾ ਰਾਈਟ ਆਨਸਰ ਆਪਸ਼ਨ ਬੀ ਹੈ। ਸਾਰਨਾਥ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਪਹਿਲਾ ਉਪਦੇਸ਼ ਦਿੱਤਾ ਸੀ ਜਿਸ ਨੂੰ ਧਰਮ ਚੱਕਰ ਪਰਿਵਰਤਨ ਕਿਹਾ ਗਿਆ। ਠੀਕ ਹੈ, ਲੁੰਬਣੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ ਤਕਸ਼ਿਲਾ ਇਸ ਲਈ ਮਸ਼ਹੂਰ ਹੈ ਕਿਉਂਕਿ ਉਹ ਬੁੱਧ ਦੀ ਸਥਾਪਤ ਕਲਾ, ਮਤਲਬ ਬੁੱਧ ਦੀਆਂ ਮੂਰਤੀਆਂ ਦੇ ਨਿਰਮਾਣ ਲਈ ਮਸ਼ਹੂਰ ਗਿਣੀ ਜਾਂਦੀ ਹੈ, ਤਕਸ਼ਿਲਾ ਔਰ ਮਥੁਰਾ। ਠੀਕ ਹੈ, ਓਕੇ, ਹੋਰ ਕਿਸੇ ਦਾ ਕੋਈ ਡਾਊਟ ਹੈ? ਗੁੱਡ ਈਵਨਿੰਗ ਸਰ। ਸਰ ਜੋ ਤੁਸੀਂ ਕੱਲ ਸ਼ੀਟ ਫਾਰਵਰਡ ਕੀਤੀ ਸੀ ਗਰੁੱਪ ਵਿੱਚ, ਉਸ ਦੇ ਆਨਸਰ ਵੀ ਫਾਰਵਰਡ ਕਰ ਦਿਓ ਤਾਂ ਕਿ ਆਪਣੇ ਆਨਸਰ ਮੈਚ ਕਰ ਲਈ। ਰਕਸ਼ਿਤ, ਮੈਂ ਕਿਹਾ ਸੀ ਕਿ ਜੋ ਵੀ ਆਨਸਰ ਹੈਗੇ ਆ ਤੁਹਾਡੇ ਉਹ ਤੁਸੀਂ ਗਰੁੱਪ ਵਿੱਚ ਸ਼ੇਅਰ ਕਰੋ, ਉਸ ਤੋਂ ਬਾਅਦ ਹੀ ਆਨਸਰ, ਕਿਉਂਕਿ ਪਤਾ ਨਹੀਂ ਲੱਗੇਗਾ ਨਾ ਕਿੰਨਿਆਂ ਨੇ ਆਨਸਰ ਕੀਤੇ ਆ। ਸੋਲਵ ਸਰ 9th ਕੁਐਸਚਨ ਜਸ਼ਨ ਦਾ ਆ ਰਿਹਾ। ਬੁੱਧ ਧਰਮ ਗ੍ਰੰਥਾਂ ਨੂੰ ਕਿਹਾ ਜਾਂਦਾ ਹੈ ਤ੍ਰਿਪਿਟਕ। 3 ਪਿਟਕ ਸੀ, ਤ੍ਰੀ ਦਾ ਮਤਲਬ 3, ਪਿਟਕ ਦਾ ਮਤਲਬ ਟੋਕਰੀਆਂ, 3 ਟੋਕਰੀਆਂ। ਕਿਹੜੇ ਕਿਹੜੇ ਸੀ? ਵਿਨੇ ਪਿਟਕ, ਸੁੱਤ ਪਿਟਕ ਔਰ ਅਭਿਧਮ ਪਿਟਕ। ਇਹ 3 ਪਿਟਕ ਧਰਮ ਗ੍ਰੰਥ ਦੇ। ਹਾਂਜੀ, ਕਿਸੇ ਹੋਰ ਦਾ ਕੋਈ ਡਾਊਟ? ਹਾਂਜੀ ਜਸਰਾਜ, ਮਾਈਕ ਅਨਮਿਊਟ ਕਰ ਲਓ ਤੁਸੀਂ। ਉਸ ਤੋਂ ਬਾਅਦ ਮਧੂ ਥਾਪਾ। ਹਾਂਜੀ ਮਧੂ ਥਾਪਾ। ਓਕੇ, ਮਹਾਤਮਾ ਬੁੱਧ ਦੇ ਬਚਪਨ ਦਾ ਨਾਂ ਕੀ ਸੀ? ਸਿਧਾਰਥ ਸੀ ਉਹਨਾਂ ਦੇ ਬਚਪਨ ਦਾ ਨਾਂ। ਵਰਧਮਾਨ ਜੋ ਸੀ ਉਹ ਮਹਾਂਵੀਰ ਦੇ ਬਚਪਨ ਦਾ ਨਾਂ ਸੀ। ਗੌਤਮ ਉਦੋਂ ਕਹਿਲਾਏ ਜਦੋਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋ ਗਈ। ਗੌਤਮ ਬੁੱਧ ਕਹਿਲਾਏ ਉਦੋਂ। ਹਾਂਜੀ, ਜਿਨ੍ਹਾਂ ਨੇ ਹੈਂਡ ਰੇਜ਼ ਕੀਤਾ ਉਹ ਬੋਲੋ।
ਸਰ ਗਰੁੱਪ ਦੀ ਸੈਟਿੰਗ ਨਹੀਂ ਚੇਂਜ ਕੀਤੀ ਸੀ। ਓਕੇ ਓਕੇ, ਕੋਈ ਨਾ ਰਕਸ਼ਿਤ, ਮੈਨੂੰ ਪਰਸਨਲੀ ਸੈਂਡ ਕਰ ਦਿਓ ਅਗਰ ਗਰੁੱਪ ਦੀ ਸੈਟਿੰਗ ਚੇਂਜ ਨਹੀਂ ਹੈ ਤਾਂ। ਓਕੇ, ਮੈਂ ਲਿੰਕ ਸੈਂਡ ਕਰਨ ਲੱਗਿਆ। ਵੀਡੀਓ ਪਾਉਜ਼ ਹੋਣ ਲੱਗੀ ਹੈ। ਇਸ ਤੋਂ ਬਾਅਦ ਜੋ ਵੀ ਡਾਊਟ ਆ ਤੁਸੀਂ ਡਾਊਟ ਪੁੱਛ ਸਕਦੇ ਹੋ। ਡਾਊਟ ਲਈ ਹਜੇ ਹੈਗੇ ਆ ਤੁਹਾਡੇ ਕੋਲ 10 ਮਿੰਟ, ਔਰ ਲੈਫਟ ਨਾ ਕਰਿਓ।